Good morning, students. Once again, welcome to my YouTube channel. In this session, we are continues from to the voice part second, and in this session, I will also explain there some kinds of the easy tricks to learn their rules of the voices. Start from this session. ਅੱਜ ਦੇ ਸੈਸ਼ਨ ਦੇ ਵਿੱਚ ਅਸੀਂ ਗੱਲ ਕਰਾਂਗੇ ਵੀ ਐਕਟਿਵ ਵੌਇਸ ਨੂੰ ਕਿਸ ਤਰੀਕੇ ਨਾਲ ਪੈਸਿਵ ਵੌਇਸ ਦੇ ਵਿੱਚ ਚੇਂਜ ਕੀਤਾ ਜਾਂਦਾ, ਉਹਦੇ ਕੀ ਰੂਲਸ ਨੇ ਅਤੇ ਕੀ ਰੈਗੂਲੇਸ਼ਨ ਨੇ, ਅਸੀਂ ਕਿਸ ਤਰੀਕੇ ਨਾਲ ਇਹਨੂੰ ਈਜ਼ੀਲੀ ਲਰਨ ਕਰ ਸਕਦੇ ਹਾਂ। ਜੇਕਰ ਤੁਸੀਂ ਪ੍ਰੈਜ਼ੈਂਟ ਟੈਂਸ, ਅਸੀਂ ਕੋਈ ਵੀ ਪ੍ਰੈਜ਼ੈਂਟ ਟੈਂਸ ਦੀ ਗੱਲ ਕਰੀਏ, ਅਸੀਂ ਟੈਂਸ ਦੇ ਰਿਲੇਟਡ ਮੈਂ ਇੱਕ ਪਹਿਲੀ ਵੀਡੀਓ ਬਣਾਈ ਸੀਗੀ। ਜੇਕਰ ਨਹੀਂ ਬੱਚਿਆਂ ਨੇ ਦੇਖੀ ਹੈਗੀ ਤਾਂ ਤੁਸੀਂ ਟੈਂਸ 'ਤੇ ਮੇਰੇ YouTube ਚੈਨਲ ਦੇ ਉੱਤੇ ਜਾ ਕੇ ਮੇਰੀ ਟੈਂਸ ਦੀ ਵੀਡੀਓ ਨੂੰ ਦੁਬਾਰਾ ਵੀ ਦੇਖ ਸਕਦੇ ਹੋ, ਅਤੇ ਮੈਂ ਉਹਦਾ ਕਮੈਂਟ ਬਾਕਸ ਦੇ ਵਿੱਚ ਲਿੰਕ ਵੀ ਪਾ ਦਾਂਗਾ, ਤੁਸੀਂ ਉੱਥੋਂ ਵੀ ਚੈੱਕ ਕਰ ਸਕਦੇ ਹੋ। ਜਿਵੇਂ ਕਿ ਸਾਨੂੰ ਪਤਾ ਵੀ ਪ੍ਰੈਜ਼ੈਂਟ ਸਿੰਪਲ ਦਾ ਰੂਲ ਕੀ ਹੁੰਦਾ, ਸਬਜੈਕਟ ਪਲੱਸ ਵਰਬਸ ਫਸਟ ਫਾਰਮ ਪਲੱਸ ਐਸ ਔਰ ਈ ਐਸ ਪਲੱਸ ਔਬਜੈਕਟ। ਇਹ ਰੂਲ ਆ ਸਾਡੇ ਐਕਟਿਵ ਪ੍ਰੈਜ਼ੈਂਟ ਸਿੰਪਲ ਟੈਂਸ ਦਾ, ਯਾਨੀ ਕਿ ਐਕਟਿਵ ਵੌਇਸ ਕਿਹਨੂੰ ਕਹਿ ਦਿੰਦੇ ਆ, ਉਹ ਵੌਇਸ ਜਿਹਦੇ ਵਿੱਚ ਕੀ ਹੁੰਦਾ ਵਾ, ਟੈਂਸ ਦੇ ਰਿਲੇਟਡ ਚੱਲਦੀ ਹੁੰਦੀ ਹੈ। ਅਤੇ ਜਦੋਂ ਅਸੀਂ ਇਹਦਾ ਪੋਜੈਸਿਵ ਬਣਾਉਣਾ ਵਾ, ਜਿਹੜੀਆਂ ਕੁਝ ਕੁ ਚੀਜ਼ਾਂ ਹੁੰਦੀਆਂ ਨੇ ਉਹ ਤੁਸੀਂ ਮਾਈਂਡ ਦੇ ਵਿੱਚ ਹੀ ਰੱਖਣੀਆਂ ਨੇ ਵੀ ਇਹ ਚੀਜ਼ਾਂ ਹਮੇਸ਼ਾ ਸਾਰੇ ਟੈਂਸਿਸ ਦੇ ਵੌਇਸ ਦੇ ਜਿਹੜੀਆਂ ਅਸੀਂ ਚੇਂਜ ਕਰਾਂਗੇ ਉਹਦੇ ਵਿੱਚ ਸਿਮਿਲਰ ਰਹਿੰਦਾ ਵਾ। ਇੱਕ ਹੁੰਦਾ ਵਾ ਔਬਜੈਕਟ, ਜਦੋਂ ਅਸੀਂ ਇਹਨੂੰ ਪੈਸਿਵ ਦੇ ਵਿੱਚ ਬਣਾਉਣਾ, ਪਲੱਸ ਲਾਸਟ ਦੇ ਵਿੱਚ ਤੁਸੀਂ ਕੀ ਲਿਖਣਾ ਵਾ, ਸਬਜੈਕਟ ਪਲੱਸ ਉਦੋਂ ਪਹਿਲਾਂ ਕੀ ਲਿਖ ਲੈਣਾ, ਬਾਏ, ਠੀਕ ਹੈ ਜੀ, ਪਲੱਸ ਵਰਬ ਥਰਡ ਫਾਰਮ। ਇਹ ਜਿਹੜੀਆਂ ਚਾਰ ਚੀਜ਼ਾਂ ਨੇ ਹਰੇਕ ਦੇ ਵਿੱਚ ਕਾਮਨ ਰਹਿੰਦੀਆਂ ਨੇ, ਬਟ ਜਿਹੜੇ ਉਹਦੀਆਂ ਟੈਂਸ ਦੇ ਵਿੱਚ ਜਿਹੜੀਆਂ ਉਹਦੀਆਂ ਹੈਲਪਿੰਗ ਵਰਬਸ ਨੇ ਉਹ ਚੇਂਜ ਹੁੰਦੀਆਂ ਰਹਿੰਦੀਆਂ ਨੇ। ਇੱਕ ਗੱਲ ਯਾਦ ਰੱਖਣੀ ਆ ਵੀ ਜੇਕਰ ਸਾਨੂੰ ਕਿਸੇ ਟੈਂਸ ਦੇ ਵਿੱਚ ਜਾਂ ਕਿਸੇ ਸੈਂਟੈਂਸ ਦੇ ਵਿੱਚ ਉਹਦੀਆਂ ਹੈਲਪਿੰਗ ਵਰਬਸ ਗਿਵਨ ਨੇ ਤਾਂ ਅਸੀਂ ਐਜ਼ ਇਟ ਇਜ਼ ਹੀ ਉਹਦੀਆਂ ਹੈਲਪਿੰਗ ਵਰਬ ਯੂਜ਼ ਕਰਾਂਗੇ, ਬਟ ਜੇਕਰ ਨਹੀਂ ਗਿਵਨ ਹੈਗੀਆਂ ਤਾਂ ਸਾਨੂੰ ਲਗਾਉਣੀਆਂ ਪੈਣਗੀਆਂ। ਜਿਵੇਂ ਕਿ ਪ੍ਰੈਜ਼ੈਂਟ ਸਿੰਪਲ ਦੇ ਵਿੱਚ ਸਾਨੂੰ ਉਹਦੀਆਂ ਜਿਹੜੀਆਂ ਹੈਲਪਿੰਗ ਵਰਬਸ ਹੁੰਦੀਆਂ ਨੇ ਉਹ ਸਾਨੂੰ ਨਹੀਂ ਗਿਵਨ ਹੁੰਦੀਆਂ, ਤਾਂ ਇੱਕ ਚੀਜ਼ ਯਾਦ ਰੱਖਣੀ ਆ ਵੀ ਜਿਹੜੀ ਹੈਲਪਿੰਗ ਵਰਬਸ ਫਿਰ ਉਹਦੀਆਂ ਕਿਹੜੀਆਂ ਲੱਗਣਗੀਆਂ, ਕੰਟੀਨਿਊਸ ਵਾਲੀਆਂ, ਜਿਵੇਂ ਕਿ ਇਜ਼ ਐਮ ਆਰ ਲੱਗਣਗੀਆਂ। ਇਜ਼ ਐਮ ਆਰ ਦੇ ਵਿੱਚ ਇੱਕ ਗੱਲ ਦਾ ਧਿਆਨ ਹੋਰ ਰੱਖਣ ਵਾਲੀ ਗੱਲ ਹੈ, ਕੀ ਆ ਵੀ ਜਿਹੜਾ ਇਜ਼ ਐਮ ਆਰ ਹੈ ਇਹਦੇ ਵਿੱਚ ਇੱਕ ਚੀਜ਼ ਦਾ ਹੋਰ ਕੰਸੀਡਰ ਰੱਖਣਾ ਵੀ ਜਿਹੜਾ ਸਾਡਾ ਔਬਜੈਕਟ ਅੱਗੇ ਆਇਆ ਉਹਦੇ ਅਕੋਰਡਿੰਗ ਸਾਡੀਆਂ ਹੈਲਪਿੰਗ ਵਰਬਸ ਯੂਜ਼ ਹੋਣਗੀਆਂ। ਲਾਈਕ ਇਜ਼ ਯੂਜ਼ ਹੁੰਦੀ ਹੈ ਸਿੰਗੂਲਰ ਦੇ ਲਈ, ਐਮ ਯੂਜ਼ ਹੁੰਦਾ ਆਈ ਦੇ ਲਈ, ਅਤੇ ਪਲੂਰਲ ਦੇ ਨਾਲ ਆਰ। ਇਹ ਡਿਪੈਂਡ ਕਰੂਗਾ ਵੀ ਸਾਡਾ ਜਿਹੜਾ ਔਬਜੈਕਟ ਹੈ ਉਹ ਕੀ ਆ, ਤਾਂ ਇਸ ਚੀਜ਼ ਦਾ ਤੁਸੀਂ ਹਮੇਸ਼ਾ ਧਿਆਨ ਰੱਖਣਾ ਵਾ। ਅਤੇ ਆਹ ਰੂਲ ਨੂੰ ਐਜ਼ ਇਟ ਇਜ਼ ਹੀ ਲਿਖ ਲੈਣਾ। ਅਤੇ ਹੁਣ ਸਾਡਾ ਰੂਲ ਈਜ਼ੀਲੀ ਬਣ ਗਿਆ। ਦੇਖੋ ਹੁਣ ਅਸੀਂ ਔਬਜੈਕਟ ਅੱਗੇ ਲੈ ਕੇ ਆਉਂਦਾ, ਮੈਨੂੰ ਪਤਾ ਲੱਗ ਗਿਆ ਸੀ ਇਜ਼ ਐਮ ਆਰ ਜਿਹੜੀਆਂ ਹੈਲਪਿੰਗ ਵਰਬਸ ਯੂਜ਼ ਹੋਣਗੀਆਂ ਪ੍ਰੈਜ਼ੈਂਟ ਟੈਂਸ ਦੇ ਵਿੱਚ, ਅਤੇ ਪਲੱਸ ਮੇਰੇ ਕੋਲ ਕੀ ਆਏਗੀ, ਵਰਬ ਦੀ ਥਰਡ ਫਾਰਮ ਹੈ। ਮੈਂ ਤੁਹਾਨੂੰ ਪਹਿਲਾਂ ਹੀ ਦੱਸਿਆ ਸੀ ਵੀ ਇਹ ਸਾਰਿਆਂ ਵਿੱਚ ਕਾਮਨ ਆ, ਪਲੱਸ ਬਾਏ ਵੀ ਕਾਮਨ ਹੈ, ਅਤੇ ਪਲੱਸ ਸਾਡੇ ਕੋਲ ਕੀ ਆਏਗਾ, ਸਬਜੈਕਟ ਜਿਹੜਾ ਕਿ ਸਾਡੇ ਕੋਲ ਅੱਗੇ ਪਿਆ ਸੀਗਾ ਇਨ ਐਕਟਿਵ ਵੌਇਸ ਦੇ ਵਿੱਚ, ਉਹ ਅਸੀਂ ਪੈਸਿਵ ਦੇ ਵਿੱਚ ਲਾਸਟ ਦੇ ਵਿੱਚ ਲੈ ਜਾਵਾਂਗੇ। ਆਈ ਹੋਪ ਤੁਹਾਨੂੰ ਇਹ ਜਿਹੜਾ ਕਲੀਅਰ ਹੋ ਗਿਆ ਹੋਣਾ। ਨਾਓ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ ਨੈਕਸਟ ਦੀ। ਨੈਕਸਟ ਦੇ ਵਿੱਚ ਅਸੀਂ ਕੀ ਕਰ ਰਹੇ ਹਾਂ ਵੀ ਇਹਦੀਆਂ ਐਗਜ਼ਾਮਪਲਸ ਨੂੰ ਅਸੀਂ ਚੱਕ ਰਹੇ ਹਾਂ। ਫਸਟ ਐਗਜ਼ਾਮਪਲ ਹੈਗੀ ਆ ਸਿਮਸਨ ਕੇਅਰਸ ਦੀ ਆ ਲੋਇਨ। ਤਾਂ ਹੁਣ ਇੱਥੇ ਕੇਅਰਸ, ਹੁਣ ਇਹ ਕੇਅਰਸ ਕਿਹਦੇ ਕਰਕੇ ਆਇਆ, ਸਿੰਗੂਲਰ ਸਬਜੈਕਟ ਕਰਕੇ ਆਇਆ। ਅਸੀਂ ਇਹ ਟੈਂਸ ਦੇ ਵਿੱਚ ਗੱਲ ਕੀਤੀ ਸੀ ਵੀ ਜੇਕਰ ਸਬਜੈਕਟ ਸਾਡਾ ਸਿੰਗੂਲਰ ਹੋਵੇ ਤਾਂ ਵਰਬ ਦੀ ਫਸਟ ਫਾਰਮ ਦੇ ਨਾਲ ਐਸ ਈ ਐਸ ਮਿਲੇਗੀ, ਉਹ ਕਿਹਦੇ ਵਿੱਚ, ਸਿਰਫ ਪ੍ਰੈਜ਼ੈਂਟ ਸਿੰਪਲ ਟੈਂਸ ਦੇ ਵਿੱਚ। ਹੁਣ ਜਿਹੜਾ ਸਾਡਾ ਸਿਮਸਨ ਆ ਉਹ ਕੀ ਆ, ਸਬਜੈਕਟ ਹੈ, ਕੇਅਰਿੰਗ ਪਲੱਸ ਵਰਬ ਦੀ ਫਸਟ ਫਾਰਮ ਇਹ ਕੀ ਆ, ਸਾਡੀ ਵਰਬ ਆ, ਅਤੇ ਦਾ ਲੋਇਨ ਇਹ ਸਾਡਾ ਕੀ ਆ, ਔਬਜੈਕਟ ਹੈ। ਹੁਣ ਅਸੀਂ ਰੂਲ ਕਿੱਦਾਂ ਬਣਾਈਏ, ਦੇਖੋ ਬੜਾ ਈਜ਼ੀ ਆ ਰੂਲ ਅਸੀਂ ਬਣਾਉਣਾ। ਜਿਵੇਂ ਆਪਾਂ ਗੱਲ ਕੀਤੀ ਸਟਾਰਟਿੰਗ ਦੇ ਵਿੱਚ, ਮੈਂ ਤੁਹਾਨੂੰ ਕਿਹਾ ਵੀ ਜਿਹੜਾ ਔਬਜੈਕਟ ਹੁੰਦਾ ਉਹਨੂੰ ਅੱਗੇ ਲੈ ਆਓ, ਠੀਕ ਹੈ ਜੀ, ਪਲੱਸ ਜਿਹੜੀ ਹੈਲਪਿੰਗ ਵਰਬਸ ਨੇ ਉਦੋਂ ਪਹਿਲਾਂ ਜਿਹੜੀਆਂ ਚੀਜ਼ਾਂ ਲਿਖਣ ਵਾਲੀਆਂ ਨੇ, ਜਿਵੇਂ ਸਬਜੈਕਟ ਲਿਖ ਲਓਗੇ ਤੁਸੀਂ, ਪਲੱਸ ਲਿਖ ਲਓਗੇ, ਬਾਏ ਲਿਖ ਲਓਗੇ, ਅਤੇ ਵਰਬ ਦੀ ਥਰਡ ਫਾਰਮ ਲਿਖ ਲਓਗੇ, ਠੀਕ ਹੈ ਜੀ। ਹੁਣ ਅਸੀਂ ਹੈਲਪਿੰਗ ਵਰਬ ਯੂਜ਼ ਕਰਨੀ ਹੈ, ਜਿਵੇਂ ਦਾ ਲੋਇਨ, ਇਹ ਕੀ ਆ, ਸਿੰਗੂਲਰ ਆ, ਤਾਂ ਅਸੀਂ ਹੈਲਪਿੰਗ ਵਰਬ ਹੁਣੀ ਪੜ੍ਹੀਆਂ ਸੀ, ਇਜ਼ ਐਮ ਆਰ ਪੜ੍ਹੀਆਂ ਸੀਗੀਆਂ। ਤਾਂ ਇੱਥੇ ਕੀ ਆਏਗਾ, ਔਬਜੈਕਟ ਦੇ ਅਕੋਰਡਿੰਗ, ਯਾਨੀ ਕਿ ਲੋਇਨ ਇਕੱਲਾ ਵਾ, ਤਾਂ ਇੱਥੇ ਕੀ ਆਊਗਾ, ਇਜ਼ ਆਏਗਾ, ਠੀਕ ਹੈ ਜੀ। ਆਹ ਬਣ ਗਿਆ ਸਾਡਾ ਵੌਇਸ ਦਾ ਰੂਲ, ਇਹ ਬਣ ਚੁੱਕਿਆ ਵਾ। ਹੁਣ ਦੇਖੋ ਹੁਣ ਅਸੀਂ ਇਹਨੂੰ ਇੱਥੇ ਇੰਪਲੀਮੈਂਟ ਕੀਤਾ ਵਾ। ਮੇਰਾ ਔਬਜੈਕਟ ਸੀਗਾ ਤਾਂ ਲੋਇਨ ਅੱਗੇ ਆ ਗਿਆ, ਲੋਇਨ ਸਿੰਗੂਲਰ ਸੀਗਾ ਤਾਂ ਇਜ਼ ਆ ਗਿਆ, ਵਰਬ ਦੀ ਥਰਡ ਫਾਰਮ ਕੇਅਰ ਦੀ ਕੇਅਰਡ, ਅਤੇ ਬਾਈ ਯੂਜ਼ ਹੋਇਆ, ਅਤੇ ਲਾਸਟ ਦੇ ਵਿੱਚ ਸਿਮਸਨ। ਤਾਂ ਇਹ ਸਾਡਾ ਵੌਇਸ ਦਾ ਰੂਲ ਈਜ਼ੀਲੀ ਅਤੇ ਵਧੀਆ ਢੰਗ ਦੇ ਨਾਲ ਅਸੀਂ ਇਹਨੂੰ ਕੰਪਲੀਟ ਕਰ ਦਿੱਤਾ। ਨੈਕਸਟ ਦੇਖੋ, ਜਿਵੇਂ ਐਨਾ ਡਜ਼ ਦੀ ਆ ਹੋਮਵਰਕ, ਤਾਂ ਹੁਣ ਇੱਥੇ ਡਜ਼ ਲੱਗਿਆ ਹੋਇਆ। ਡਜ਼ ਹੁਣ ਇੱਥੇ ਕੀ ਆ, ਇਹ ਇੰਟੈਰੋਗੇਟਿਵ ਜਾਂ ਨੈਗੇਟਿਵ ਦੇ ਨਹੀਂ ਲਿਖਿਆ ਆਇਆ, ਇਹ ਕੀ ਆ, ਇੱਕ ਤਰ੍ਹਾਂ ਦਾ ਵਰਬ ਵਰਕ ਕਰ ਰਹੀ ਆ, ਵਰਬ ਦੀ ਫਸਟ ਫਾਰਮ ਦੇ ਨਾਲ
ਐਸ ਜਾਂ ਈ ਐਸ ਲੱਗਿਆ ਹੋਇਆ, ਐਨ ਆ ਇੱਕ ਸਿੰਗੂਲਰ ਸਬਜੈਕਟ ਆ, ਤਾਂ ਅਸੀਂ ਜਿਹੜੀ ਵਰਬ ਯੂਜ਼ ਕਰਾਂਗੇ ਉਹਦੇ ਨਾਲ ਕੀ ਆਏਗਾ, ਵਰਬ ਦੀ ਫਸਟ ਫਾਰਮ ਨਾਲ ਐਸ ਜਾਂ ਈ ਐਸ ਆਏਗਾ। ਲਾਸਟ ਦੇ ਵਿੱਚ ਜਿਹੜਾ ਦਾ ਹੋਮਵਰਕ ਆ ਉਹ ਕੀ ਹੈ, ਸਾਡਾ ਆਬਜੈਕਟ ਆ। ਰੂਲ ਸਾਡਾ ਯਾਦ ਆ ਮੈਨੂੰ ਵੀ, ਜਿਵੇਂ ਰੂਲ ਦੇ ਵਿੱਚ ਅਸੀਂ ਪਹਿਲਾਂ ਕੀ ਕਰਨਾ ਵੀ ਆਬਜੈਕਟ ਅੱਗੇ ਆਏਗਾ ਤਾਂ ਵਰਕ ਕੀ ਆ ਸਿੰਗੂਲਰ ਆ, ਤਾਂ ਉੱਥੇ ਕੀ ਆਏਗਾ, ਹੈਲਪਿੰਗ ਵਰਬ ਇਜ਼ ਆਏਗੀ। ਵਰਬ ਦੀ ਥਰਡ ਫਾਰਮ ਨੈਕਸਟ ਸਟੈਪ ਸੀਗਾ ਸਾਡਾ, ਤਾਂ ਡਨ ਲਿਖ ਲਿਆ, ਬਾਏ ਲਿਖਣਾ ਸੀ ਅਤੇ ਐਨ ਆ ਜਿਹੜੀ ਆ ਉਹ ਲਾਸਟ ਦੇ ਵਿੱਚ ਆ ਜਾਏਗੀ। ਇਸ ਤਰੀਕੇ ਨਾਲ ਅਸੀਂ ਕੀ ਆ ਇਹਦੇ ਸਿੰਪਲ ਸੈਂਟੈਂਸਿਸ ਦੇ ਹੈਲਪਿੰਗ ਵਰਬਸ ਯੂਜ਼ ਕਰਕੇ ਅਸੀਂ ਇਹ ਚੀਜ਼ਾਂ ਨੂੰ ਚੇਂਜ ਕੀਤਾ। ਠੀਕ ਹੈ ਜੀ। ਹੁਣ ਤੁਸੀਂ ਇਹਨਾਂ ਦੀਆਂ ਜਿਹੜੀਆਂ ਹੋਰ ਐਗਜ਼ਾਮਪਲਸ ਨੇ ਉਹ ਤੁਸੀਂ ਇਹਨਾਂ ਨੂੰ ਦੇਖ ਕੇ ਤੁਸੀਂ ਆਪਣੇ ਆਪ ਸੋਲਵ ਕਰਨ ਦੀ ਕੋਸ਼ਿਸ਼ ਕਰਨੀ ਹੈ। ਇਹ ਐਗਜ਼ਾਮਪਲ ਦੇ ਪਲੱਸ ਆਨਸਰ ਦਿੱਤੇ ਹੋਏ ਨੇ। ਨੈਕਸਟ ਵੱਲ ਚੱਲਦੇ ਹਾਂ। ਜਿਹੜਾ ਨੈਕਸਟ ਸਾਡਾ ਟੈਂਸ ਹੈ ਉਹ ਹੈਗਾ ਵਾ ਪੈਸਿਵ ਵੋਇਸ ਦਾ। ਪੈਸਿਵ ਵੋਇਸ ਦੇ ਵਿੱਚ ਅਸੀਂ ਹੁਣ ਸਿੰਪਲ ਪਾਸਟ ਟੈਂਸ ਦੇ ਬਾਰੇ ਪੜ੍ਹਾਂਗੇ। ਸਿੰਪਲ ਪਾਸਟ ਟੈਂਸ ਦਾ ਜਿਹੜਾ ਰੂਲ ਸੀਗਾ ਟੈਂਸ ਦਾ ਉਹ ਕੀ ਸੀ, ਸਬਜੈਕਟ ਪਲੱਸ ਵਰਬ ਸੈਕਿੰਡ ਫਾਰਮ ਪਲੱਸ ਆਬਜੈਕਟ। ਵੀ ਅਸੀਂ ਵਰਬ ਦੀ ਫਸਟ ਫਾਰਮ ਸੈਕਿੰਡ ਫਾਰਮ ਯੂਜ਼ ਕਰਦੇ ਹਾਂ ਪਾਸਟ ਸਿੰਪਲ ਦੇ ਵਿੱਚ। ਆ ਤੁਹਾਡੇ ਕੋਲ ਰੂਲ ਲਿਖਿਆ ਹੋਇਆ ਵਾ। ਤਾਂ ਹੁਣ ਇਹਦਾ ਪੈਸਿਵ ਵੋਇਸ ਕਿਵੇਂ ਬਣਾਈਏ, ਫਿਰ ਉਸੇ ਤਰੀਕੇ ਨਾਲ ਚੱਕਣਾ। ਦੇਖੋ ਆਬਜੈਕਟ ਲਿਖਿਆ ਪਲੱਸ ਬਾਏ ਲਿਖਿਆ ਅਤੇ ਪਲੱਸ ਸਬਜੈਕਟ ਲਿਖਿਆ ਅਤੇ ਪਲੱਸ ਵਰਬ ਦੀ ਥਰਡ ਫਾਰਮ ਲਿਖੀ। ਹੁਣ ਸਾਨੂੰ ਕੀ ਆ ਇੱਥੇ ਇੱਕ ਇਹਦੀ ਹੈਲਪਿੰਗ ਵਰਬਸ ਚਾਹੀਦੀਆਂ ਨੇ। ਜੇਕਰ ਸਿੰਪਲ ਹੋਵੇ, ਦੋ ਸਿੰਪਲ ਟੈਂਸ ਤੁਸੀਂ ਹਮੇਸ਼ਾ ਮਾਈਂਡ ਦੇ ਵਿੱਚ ਰੱਖਣੇ ਆ, ਇੱਕ ਪ੍ਰੈਜ਼ੈਂਟ ਅਤੇ ਇੱਕ ਪਾਸਟ। ਇਹਨਾਂ ਦੇ ਵਿੱਚ ਜਿਹੜੀਆਂ ਹੈਲਪਿੰਗ ਵਰਬਸ ਨੇ ਉਹ ਅਸੀਂ ਕੰਟੀਨਿਊਸ ਵਾਲੀਆਂ ਚੱਕਾਂਗੇ, ਜਿਵੇਂ ਵਾਜ਼ ਵਰ। ਬਾਕੀ ਐਜ਼ ਇਟ ਇਜ਼ ਹੀ ਲਿਖ ਦਿੱਤਾ ਜਾਵੇਗਾ ਅਤੇ ਸਾਡਾ ਇੱਕ ਵੋਇਸ ਦਾ ਰੂਲ ਬਣ ਕੇ ਤਿਆਰ ਹੋ ਗਿਆ। ਆਈ ਹੋਪ ਤੁਹਾਨੂੰ ਇਹ ਬਹੁਤ ਈਜ਼ੀ ਲੱਗ ਰਿਹਾ ਹੋਵੇਗਾ ਅਤੇ ਈਜ਼ੀ ਕਰਨਾ ਵੀ ਹੈ ਸਾਨੂੰ। ਅਤੇ ਇਹਦੇ ਵਿੱਚ ਜਿੰਨੀ ਤੁਸੀਂ ਜ਼ਿਆਦਾ ਐਕਸਰਸਾਈਜ਼ਿਸ ਕਰੋਗੇ ਤਾਂ ਤੁਹਾਨੂੰ ਇਹ ਰੂਲਸ ਈਜ਼ੀਲੀ ਮਾਈਂਡ ਦੇ ਵਿੱਚ ਸੈਟਅਪ ਹੋ ਜਾਣਗੇ ਅਤੇ ਤੁਸੀਂ ਈਜ਼ੀਲੀ ਇਹਨੂੰ ਕੰਪੇਅਰ ਕਰਕੇ ਬੜੇ ਈਜ਼ੀ ਵੇ ਨਾਲ ਇਹਨਾਂ ਨੂੰ ਕਰ ਸਕਦੇ ਹੋ। ਨਾ ਹੁਣ ਅਸੀਂ ਇਹਨਾਂ ਦੇਖਦੇ ਹਾਂ। ਜੇਕਰ ਕਿਸੇ ਬੱਚੇ ਨੇ ਇਹਨਾਂ ਦੇ ਰੂਲ ਲਿਖਣੇ ਆ ਤਾਂ ਉਹਨੂੰ ਵੀਡੀਓ ਪਾਊਜ਼ ਕਰਕੇ ਵੀ ਕਰ ਸਕਦਾ ਜਾਂ ਸਕਰੀਨਸ਼ਾਟ ਮਾਰ ਕੇ ਵੀ ਕਰ ਸਕਦਾ ਵਾ। ਨੈਕਸਟ ਹੈਗਾ ਇਹਦੇ ਜਿਹੜੀਆਂ ਐਗਜ਼ਾਮਪਲਸ ਕਰਦੇ ਹਾਂ, ਜਿਵੇਂ ਸ਼ੀ ਕੀ ਆ ਸਾਡੇ ਕੋਲ ਸਬਜੈਕਟ ਆ। ਸਬਜੈਕਟ ਕਿਹੜਾ ਵਾ, ਸਿੰਗੂਲਰ, ਅਤੇ ਵਰਬ ਦੀ ਫਸਟ ਫਾਰਮ ਸੈਕਿੰਡ ਫਾਰਮ ਲੱਗੀ ਆ ਕਲੀਨਡ। ਹੁਣ ਇੱਥੇ ਇੱਕ ਗੱਲ ਦਾ ਧਿਆਨ ਰੱਖਣਾ ਵੀ ਕੁਛ ਅਜਿਹੇ ਟੈਂਸ ਹੁੰਦੇ ਜਿਵੇਂ ਪਰਫੈਕਟ ਟੈਂਸ ਸੀਗਾ, ਮੈਂ ਉਹਦੇ ਵਿੱਚ ਤੁਹਾਨੂੰ ਦੱਸਿਆ ਸੀਗਾ ਵੀ ਜੇਕਰ ਕਿਸੇ ਵਰਬ ਦੀ ਫਾਰਮ ਦੇ ਨਾਲ ਕੋਈ ਵੀ ਹੈਲਪਿੰਗ ਵਰਬ ਆ ਗਈ, ਇੱਥੇ ਕੋਈ ਹੈਲਪਿੰਗ ਵਰਬ ਮੈਂਸ਼ਨ ਨਹੀਂ ਹੈਗੀ, ਜੇ ਤੁਸੀਂ ਧਿਆਨ ਨਾਲ ਦੇਖੋ ਤਾਂ ਸਿੱਧੀ ਵਰਬ ਦੀ ਫਾਰਮ ਆ ਗਈ ਤਾਂ ਉਹ ਪਾਸਟ ਸਿੰਪਲ ਬਣ ਜਾਏਗਾ, ਕਿਉਂਕਿ ਜਿਹੜਾ ਕਲੀਨ ਆ ਉਹਦੀ ਵੀ ਥਰਡ ਫਾਰਮ ਵੀ ਕਲੀਨਡ ਹੀ ਆਏਗੀ। ਤਾਂ ਇਸ ਦਾ ਮਤਲਬ ਕੀ ਆ, ਪਰਫੈਕਟ ਦੇ ਵਿੱਚ ਅਸੀਂ ਮੈਂ ਤੁਹਾਨੂੰ ਕਿਹਾ ਸੀ ਵੀ ਇੱਕ ਰੂਲ ਯਾਦ ਰੱਖਣਾ ਵੀ ਉਹਦੇ ਵੀ ਵਰਬ ਦੀ ਥਰਡ ਫਾਰਮ ਯੂਜ਼ ਹੋਏਗੀ, ਪਰ ਇੱਕ ਹੋਰ ਕੰਡੀਸ਼ਨ ਆ ਕੀ ਆ, ਉਹਦੇ ਨਾਲ ਹੈਲਪਿੰਗ ਵਰਬ ਹੋਏਗੀ। ਪਰ ਇੱਥੇ ਕੀ ਹੋਏਗੀ, ਸੈਕਿੰਡ ਫਾਰਮ ਦੇ ਨਾਲ ਕੋਈ ਹੈਲਪਿੰਗ ਵਰਬ ਨਹੀਂ ਹੋਏਗੀ। ਤਾਂ ਇਸ ਤਰੀਕੇ ਨਾਲ ਅਸੀਂ ਪਾਸਟ ਸਿੰਪਲ ਅਤੇ ਪਰਫੈਕਟ ਟੈਂਸਿਸ ਦਾ ਡਿਫਰੈਂਸ਼ੀਏਟ ਕਰ ਸਕਦੇ ਹਾਂ। ਤਾਂ ਇੱਥੇ ਗੱਲ ਕੀਤੀ ਵੀ ਮੈਂ ਕਿਹਾ ਸ਼ੀ ਇਜ਼ ਸਬਜੈਕਟ ਹੋ ਗਿਆ, ਆ ਵਰਬ ਦੀ ਸੈਕਿੰਡ ਫਾਰਮ ਹੋ ਗਈ ਕਲੀਨਡ, ਅਤੇ ਜਿਹੜਾ ਦਾ ਹਾਊਸ ਇਹ ਕੀ ਆ, ਆਬਜੈਕਟ ਆ ਸਾਡਾ। ਹੁਣ ਅਸੀਂ ਰੂਲ ਬਣਾਉਂਦੇ ਹਾਂ। ਦੇਖੋ ਮੈਂ ਆਬਜੈਕਟ ਅੱਗੇ ਲੈ ਕੇ ਆਇਆ ਤਾਂ ਹਾਊਸ ਕੀ ਆ, ਸਿੰਗੂਲਰ ਆ ਤਾਂ ਕੀ ਆਏਗਾ, ਵਾਜ਼। ਅਤੇ ਫਿਰ ਉਸ ਤੋਂ ਬਾਅਦ ਮੈਂ ਤੁਹਾਨੂੰ ਕਿਹਾ ਸੀ ਵਰਬ ਦੀ ਥਰਡ ਫਾਰਮ ਕਲੀਨਡ, ਫਿਰ ਅਸੀਂ ਬਾਏ ਯੂਜ਼ ਕਰਾਂਗੇ। ਅਤੇ ਸ਼ੀ ਜਿਹੜਾ ਮੈਂ ਕੱਲ੍ਹ ਤੁਹਾਨੂੰ ਜਦੋਂ ਤੁਸੀਂ ਦੇਖਿਆ ਹੋਇਆ ਪ੍ਰੀਵੀਅਸ ਵੀਡੀਓ ਜਿਹੜੀ ਮੈਂ ਅਪਲੋਡ ਕੀਤੀ ਸੀ ਉਹਦੇ ਵਿੱਚ ਮੈਂ ਤੁਹਾਨੂੰ ਕੁਛ ਕੁ ਪ੍ਰੋਨਾਊਨਸ ਜਿਹੜੀਆਂ ਸਬਜੈਕਟ ਆਬਜੈਕਟ ਦੇ ਅਕੋਰਡਿੰਗ ਚੇਂਜ ਹੁੰਦੀਆਂ ਨੇ, ਮੈਂ ਤੁਹਾਨੂੰ ਉਹਨਾਂ ਦੇ ਵੀ ਰੂਲ ਲਿਖਾਏ ਸੀ। ਤਾਂ ਉਹਦੇ ਵਿੱਚ ਦੇਖੋ ਸ਼ੀ ਸੀਗਾ, ਸ਼ੀ ਦਾ ਕੀ ਬਣ ਜਾਏਗਾ, ਹਰ ਬਣ ਜਾਏਗਾ, ਇਹ ਕੀ ਆ, ਸਬਜੈਕਟ। ਠੀਕ ਹੈ ਜੀ, ਇਹ ਤੁਹਾਨੂੰ ਆਈ ਹੋਪ ਤੁਹਾਨੂੰ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਕਰਦੇ ਹਾਂ, ਜੈਫਰੀ ਬਾਊਟ ਆ ਨਿਊ ਕਾਰ। ਹੁਣ ਜਿਹੜੀ ਜੈਫਰੀ ਆ ਉਹ ਕੀ ਆ, ਸਬਜੈਕਟ ਆ, ਬਾਊਟ ਕੀ ਆ, ਵਰਬ ਦੀ ਸੈਕਿੰਡ ਫਾਰਮ ਆ, ਅਤੇ ਆ ਨਿਊ ਕਾਰ ਇਹ ਸਾਰਾ ਕੀ ਆ, ਆਬਜੈਕਟ ਹੈ। ਤਾਂ ਹੁਣ ਇਹਨੂੰ ਫੇਰ ਕਰਦੇ ਹਾਂ, ਆਬਜੈਕਟ ਅੱਗੇ ਆਇਆ ਦਾ ਨਿਊ ਕਾਰ, ਫਿਰ ਉਹਦੇ ਨਾਲ ਕਾਰ ਕੀ ਆ, ਕਾਰ ਸਿੰਗੂਲਰ ਆ ਤਾਂ ਵਾਜ਼ ਆਇਆ, ਫਿਰ ਵਰਬ ਦੀ ਥਰਡ ਫਾਰਮ ਬਾਊਟ, ਫਿਰ ਬਾਏ, ਫਿਰ ਜੈਫਰੀ। ਤਾਂ ਇਸ ਤਰੀਕੇ ਨਾਲ ਤੁਸੀਂ ਇਹਦੇ ਜਿਹੜਾ ਵਾ ਰੂਲ ਨੂੰ ਯਾਦ ਕੀਤਾ ਜਾ ਸਕਦਾ, ਈਜ਼ੀਲੀ ਸਮਝਿਆ ਜਾ ਸਕਦਾ। ਇਹਦੇ ਜਿਹੜੇ 3 ਪਾਰਟਸ ਨੇ ਉਹ ਤੁਸੀਂ ਆਪਣੇ ਆਪ ਵੀ ਇਹਨੂੰ ਚੈੱਕ ਕਰਕੇ ਕਰ ਸਕਦੇ ਹੋ। ਨੈਕਸਟ ਹੈਗਾ ਵਾ ਸਾਡਾ ਫਿਊਚਰ ਸਿੰਪਲ ਟੈਂਸ ਦੇ ਵਿੱਚ ਅਸੀਂ ਕੀ ਆ, ਇਹ ਅਜਿਹਾ ਇਕੱਲਾ ਇੱਕ ਅਜਿਹਾ ਸਿੰਪਲ ਟੈਂਸ ਆ ਜਿਹਦੇ ਵਿੱਚ ਉਹਦੀਆਂ ਹੈਲਪਿੰਗ ਵਰਬਸ ਯੂਜ਼ ਹੁੰਦੀਆਂ ਨੇ, ਇਹ ਗੱਲ ਮਾਈਂਡ ਦੇ ਵਿੱਚ ਰੱਖਣੀ ਆ। ਤਾਂ ਫਿਊਚਰ ਸਿੰਪਲ ਦਾ ਰੂਲ ਕੀ ਆ, ਸਬਜੈਕਟ ਪਲੱਸ ਵਿਲ ਸ਼ੈਲ ਪਲੱਸ ਵਰਬ ਦੀ ਫਸਟ ਫਾਰਮ ਪਲੱਸ ਆਬਜੈਕਟ। ਵਿਲ ਤੁਹਾਨੂੰ ਮੈਂ ਦੱਸਿਆ ਸੀਗਾ ਵੀ ਵਿਲ ਕਿੱਥੇ ਹੋਏਗਾ, ਚਾਹੇ ਸਿੰਗੂਲਰ ਹੋਵੇ ਸਬਜੈਕਟ ਚਾਹੇ ਪਲੂਰਲ ਹੋਵੇ, ਉੱਥੇ ਵਿਲ ਲੱਗੇਗਾ। ਸ਼ੈਲ ਕਿੱਥੇ ਲੱਗੇਗਾ, ਆਈ ਅਤੇ ਵੀ ਦੇ ਨਾਲ, ਹੋਰ ਕਿਸੇ ਦੇ ਨਾਲ ਵੀ ਸ਼ੈਲ ਨਹੀਂ ਲੱਗਦਾ। ਤਾਂ ਇਹ ਗੱਲ ਤੁਸੀਂ ਆਪਣੇ ਮਾਈਂਡ ਦੇ ਵਿੱਚ ਰੱਖਣੀ ਆ। ਹੁਣ ਇਹਦਾ ਪੈਸਿਵ ਦਾ ਰੂਲ ਬਣਾਉਣਾ, ਦੇਖੋ ਜੀ ਆਬਜੈਕਟ ਆ ਗਿਆ ਪਲੱਸ ਫਿਰ ਅਸੀਂ ਸਬਜੈਕਟ ਲਿਖਿਆ, ਬਾਏ ਲਿਖਿਆ, ਵਰਬ ਦੀ ਥਰਡ ਫਾਰਮ ਲਿਖੀ। ਠੀਕ ਹੈ ਜੀ, ਹੁਣ ਸਾਨੂੰ ਹੈਲਪਿੰਗ ਵਰਬਸ ਚਾਹੀਦੀਆਂ ਨੇ। ਹੈਲਪਿੰਗ ਵਰਬ ਸਾਡੇ ਕੋਲ ਮੈਂ ਤੁਹਾਨੂੰ ਕਿਹਾ ਸੀ ਜੇ ਗਿਵਨ ਨੇ ਤਾਂ ਉਹੀ ਚੀਜ਼ਾਂ ਚੱਕ ਲੈਣੀਆਂ ਨੇ, ਜਾਣੀ ਕਿ ਵਿਲ ਸ਼ੈਲ ਸਾਨੂੰ ਗਿਵਨ ਨੇ ਤਾਂ ਇੱਥੇ ਹੈਲਪਿੰਗ ਵਰਬ ਵੀ ਸਾਡੇ ਕੋਲ ਆ ਗਈ, ਸਾਨੂੰ ਇਹ ਵੀ ਲਰਨ ਕਰਨ ਦੀ ਲੋੜ ਨਹੀਂ, ਵਿਲ ਸ਼ੈਲ। ਬਟ ਇੱਕ ਚੀਜ਼ ਯਾਦ ਰੱਖਣੀ ਆ ਵੀ ਬੀ ਯੂਜ਼ ਹੋਏਗਾ, ਉਹ ਕਦੋਂ, ਵਰਬ ਦੀ ਥਰਡ ਫਾਰਮ ਤੋਂ ਫਸਟ। ਇਹ ਯਾਦ ਰੱਖਣਾ ਵੀ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਅਸੀਂ ਬੀ ਯੂਜ਼ ਕਰਾਂਗੇ। ਬੀ ਹਮੇਸ਼ਾ ਯਾਦ ਰੱਖਣਾ, ਬੀ ਬੀਇੰਗ ਅਤੇ ਬੀਇੰਗ
ਇਹ ਹਮੇਸ਼ਾ ਕਿਹਦੇ ਵਿੱਚ ਆਉਣਗੇ, ਵਰਬ ਦੀ ਥਰਡ ਫਾਰਮ ਤੋਂ ਹਮੇਸ਼ਾ ਪਹਿਲਾਂ ਹੀ ਆਉਣਗੇ। ਇਹ ਯਾਦ ਰੱਖਣਾ ਵਾ ਤੁਸੀਂ ਮਾਈਂਡ ਦੇ ਵਿੱਚ। ਤਾਂ ਇਸੇ ਤਰੀਕੇ ਨਾਲ ਅਸੀਂ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਕੀ ਯੂਜ਼ ਕੀਤਾ, ਬੀ ਯੂਜ਼ ਕੀਤਾ ਵਾ। ਆਈ ਹੋਪ ਤੁਹਾਨੂੰ ਕਲੀਅਰ ਹੋਏਗਾ। ਹੁਣ ਅਸੀਂ ਇਹਦਾ ਇੱਕ ਰੂਲ ਕਰਦੇ ਹਾਂ। ਦੇਖੋ ਇਹਦੇ ਐਗਜ਼ਾਮਪਲਸ, ਫਸਟ ਹੈਗਾ ਆਈ ਸ਼ੈਲ, ਮੈਂ ਤੁਹਾਨੂੰ ਦੱਸਿਆ ਸੀ ਆਈ ਦੇ ਨਾਲ ਸ਼ੈਲ ਲੱਗਦਾ ਵਾ। ਨੈਕਸਟ ਹੈਗਾ ਰੀਡ, ਵਰਬ ਦੀ ਫਸਟ ਫਾਰਮ, ਆ ਨਿਊਜ਼ਪੇਪਰ, ਆਬਜੈਕਟ। ਠੀਕ ਹੈ ਜੀ, ਚੇਂਜ ਕਰਦੇ ਹਾਂ। ਦੇਖੋ ਮੈਂ ਆਬਜੈਕਟ ਨੂੰ ਅੱਗੇ ਲੈ ਕੇ ਆਇਆ, ਨਿਊਜ਼ਪੇਪਰ ਅੱਗੇ ਆ ਗਿਆ ਆਬਜੈਕਟ। ਫਿਰ ਮੈਂ ਤੁਹਾਨੂੰ ਕਿਹਾ ਸੀ ਹੈਲਪਿੰਗ ਵਰਬ, ਹੁਣ ਨਿਊਜ਼ਪੇਪਰ ਕੀ ਆ, ਸਿੰਗੂਲਰ ਆ, ਅਤੇ ਇੱਥੇ ਹੁਣ ਆਈ ਤੇ ਵੀ ਹੈ ਨਹੀਂ ਗਾ, ਤਾਂ ਕੀ ਆਏਗਾ, ਵਿਲ ਆਏਗਾ। ਤਾਂ ਵਿਲ ਤੋਂ ਬਾਅਦ ਅਸੀਂ ਜਿਹੜਾ ਵੌਇਸ ਦੇ ਰੂਲ ਦੇ ਵਿੱਚ ਅਸੀਂ ਕੀ ਯੂਜ਼ ਕਰਦੇ ਸੀ, ਬੀ। ਫਿਰ ਉਹ ਤੋਂ ਬਾਅਦ ਵਰਬ ਦੀ ਥਰਡ ਫਾਰਮ ਰੈਡ ਬਾਏ ਮੀ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਅਸੀਂ ਗੱਲ ਕਰਦੇ ਹਾਂ ਨੈਕਸਟ ਦੀ, ਸ਼ੀ ਇਜ਼ ਸਬਜੈਕਟ, ਵਿਲ ਇਜ਼ ਹੈਲਪਿੰਗ ਵਰਬਸ, ਸਿੰਗ ਇਜ਼ ਆ ਵਰਬ ਫਸਟ ਫਾਰਮ, ਐਂਡ ਦੈਨ ਆ ਬਿਊਟੀਫੁਲ ਸੌਂਗ ਇਜ਼ ਆ ਆਬਜੈਕਟ। ਤਾਂ ਆਬਜੈਕਟਸ ਅੱਗੇ ਆਇਆ, ਆ ਬਿਊਟੀਫੁਲ ਸੌਂਗ, ਵਿਲ ਆਏਗਾ ਕਿਉਂਕਿ ਜਿਹੜਾ ਸਬਜੈਕਟ ਆ ਉਹ ਸਿੰਗੂਲਰ ਆ, ਆਬਜੈਕਟ ਸੌਰੀ। ਅਤੇ ਉਸ ਤੋਂ ਬਾਅਦ ਬੀ, ਫਿਰ ਸੰਗ ਵਰਬ ਦੀ ਥਰਡ ਫਾਰਮ, ਬਾਏ, ਫਿਰ ਲਾਸਟ ਦੇ ਵਿੱਚ ਆਬਜੈਕਟ। ਤਾਂ ਇਹ ਸੀਗਾ ਜਿਹੜਾ ਅਸੀਂ ਅੱਜ ਗੱਲ ਕੀਤੀ ਵੀ ਇਹਦਾ ਕਿਸ ਤਰੀਕੇ ਨਾਲ ਇਹ ਸਾਰੀਆਂ ਚੀਜ਼ਾਂ ਆਪਰੇਟ ਹੋਣਗੀਆਂ। ਆਈ ਹੋਪ ਤੁਹਾਨੂੰ ਸਿੰਪਲ ਟੈਂਸ ਸਾਰੇ ਕਲੀਅਰ ਹੋ ਗਏ ਹੋਣਗੇ। ਨੈਕਸਟ ਵੱਲ ਵੱਧਦੇ ਹਾਂ। ਨੈਕਸਟ ਹੈਗਾ ਵਾ ਪੈਸਿਵ ਵੌਇਸ, ਜਿਹੜੀ ਆ ਹੁਣ ਪ੍ਰੈਜ਼ੈਂਟ ਕੰਟੀਨਿਊਸ ਟੈਂਸ ਦੇ ਵਿੱਚ। ਹੁਣ ਜਿਹੜਾ ਟੈਂਸ ਸੀਗਾ ਕੰਟੀਨਿਊਸ ਟੈਂਸ, ਜੋ ਤੁਹਾਨੂੰ ਯਾਦ ਹੋਵੇ ਤਾਂ ਮੈਂ ਤੁਹਾਨੂੰ ਇੱਕ ਸਿੰਪਲ ਜਿਹਾ ਫੰਡਾ ਦੱਸਿਆ ਸੀ ਵੀ ਕੰਟੀਨਿਊਸ ਨੂੰ ਯਾਦ ਰੱਖਣ ਦਾ। ਮੈਨੂੰ ਕਿੱਦਾਂ ਪਤਾ ਲੱਗੇ ਵੀ ਇਹ ਜਿਹੜਾ ਟੈਂਸ ਹੈ ਕੰਟੀਨਿਊਸ ਦੇ ਵਿੱਚ ਚੱਲ ਰਿਹਾ, ਤਾਂ ਹਮੇਸ਼ਾ ਵਰਬ ਦੀ ਫਸਟ ਫਾਰਮ ਪਲੱਸ ING ਉਹ ਯੂਜ਼ ਹੋਏਗੀ ਕਿਹਦੇ ਵਿੱਚ, ਕਿਸੇ ਵੀ ਸਿੰਪਲ ਟੈਂਸ ਦੇ ਵਿੱਚ। ਤਾਂ ਹੁਣ ਸਾਡੇ ਸਿੰਪਲ ਟੈਂਸ ਜਿਹੜੇ ਕੰਟੀਨਿਊਸ ਟੈਂਸ ਦੇ ਵਿੱਚ ਆ ਦੇਖੋ ਵਰਬ ਦੀ ਫਸਟ ਫਾਰਮ ਯੂਜ਼ ਹੋਈ, ਅਤੇ ਹੁਣ ਇਹਦੇ ਵਿੱਚ ਸਬਜੈਕਟ ਹੋਏਗਾ, ਇਜ਼ MR ਇਹਦੀਆਂ ਹੈਲਪਿੰਗ ਵਰਬਸ ਨੇ। ਠੀਕ ਹੈ ਜੀ, ਲਾਸਟ ਦੇ ਵਿੱਚ ਆਬਜੈਕਟ ਹੈ। ਅਤੇ ਹੁਣ ਇਹਦਾ ਜੇਕਰ ਅਸੀਂ ਪੈਸਿਵ ਰੂਲ ਬਣਾਉਣਾ ਹੋਵੇ ਕਿੱਦਾਂ ਬਣੇਗਾ, ਆਬਜੈਕਟ ਅੱਗੇ ਲੈ ਕੇ ਆਇਆ, ਨੈਕਸਟ ਫਿਰ ਮੇਰੇ ਕੋਲ ਹੈਲਪਿੰਗ ਵਰਬਸ ਗਿਵਨ ਨੇ ਕਿਹੜੀਆਂ, ਇਜ਼, ਐਮ ਅਤੇ ਆਰ, ਇਹ ਸਾਨੂੰ ਗਿਵਨਸ ਨੇ। ਪਲੱਸ ਇੱਕ ਚੀਜ਼ ਛੱਡ ਦੇਣੀ ਆ ਵੀ ਜਿਹੜਾ ING ਆ, ਜਦੋਂ ਅਸੀਂ ਇਹਨੂੰ ਪੈਸਿਵ ਬਣਾਉਣਾ ਤਾਂ ਇਹ ਗੱਲ ਯਾਦ ਰੱਖਣੀ ਹੈ ਮਾਈਂਡ ਦੇ ਵਿੱਚ ਵੀ ING ਦਾ ਕੀ ਬਣੇਗਾ, ਬੀਇੰਗ ਬਣੇਗਾ। ਅਤੇ ਬੀਇੰਗ ਹਮੇਸ਼ਾ ਕਿਹਦੇ ਨਾਲ ਆਏਗਾ, ਬੀਇੰਗ ਹਮੇਸ਼ਾ ਯੂਜ਼ ਹੋਏਗਾ ਸਾਡੇ ਜਿਹੜੇ ਵਰਬ ਦੀ ਫਾਰਮ ਹੋਏਗੀ ਉਦੋਂ ਪਹਿਲਾਂ ਹੀ ਯੂਜ਼ ਹੋਏਗਾ। ਇਹ ਯਾਦ ਰੱਖਣਾ ਹਮੇਸ਼ਾ ਉਦੋਂ ਪਹਿਲਾਂ ਯੂਜ਼ ਹੋਏਗਾ। ਪਲੱਸ ਬਾਏ, ਜਿਹੜੀ ਅਸੀਂ ਚੀਜ਼ ਗੱਲ ਕੀਤੀ ਸੀ ਵੀ ਵਰਬ ਦੀ ਥਰਡ ਫਾਰਮ ਹੋਣੀ ਸੀਗੀ, ਪਲੱਸ ਵਰਬ ਥਰਡ ਫਾਰਮ ਬਾਏ ਪਲੱਸ ਸਬਜੈਕਟ, ਇਹ ਚੀਜ਼ਾਂ ਦਾ ਕਾਮਨ ਹੀ ਨੇ। ਆਈ ਹੋਪ ਤੁਹਾਨੂੰ ਇਹ ਚੀਜ਼ ਵੀ ਕਲੀਅਰ ਹੋ ਗਈ ਹੋਵੇਗੀ। ਜੇਕਰ ਤੁਸੀਂ ਇਹਨੂੰ ਰੂਲ ਲਿਖਣੇ ਆ ਤਾਂ ਤੁਸੀਂ ਇਹਦਾ ਸਕਰੀਨਸ਼ਾਟ ਮਾਰ ਕੇ ਵੀ ਲਿਖ ਸਕਦੇ ਹੋ। ਨੈਕਸਟ ਹੁਣ ਇਹਦੀ ਗੱਲ ਕਰੀਏ, ਜਿਹੜੇ ਇਹਦੀਆਂ ਐਗਜ਼ਾਮਪਲਸ ਨੇ। ਫਸਟ ਹੈਗੀ ਆ ਸ਼ੀ ਇਜ਼ ਡੂਇੰਗ ਹਰ ਵਰਕ, ਸ਼ੀ ਕੀ ਆ ਸਬਜੈਕਟ, ਇਜ਼ ਕੀ ਆ ਹੈਲਪਿੰਗ ਵਰਬ, ਡੂਇੰਗ ਇਜ਼ ਅ ਵਰਬ ਫਸਟ ਫਾਰਮ ਪਲੱਸ ING, ਲਾਸਟ ਹਰ ਵਰਕ ਇਹ ਕੀ ਆ ਆਬਜੈਕਟ। ਤਾਂ ਕੀ ਆਏਗਾ, ਇੱਥੇ ਇਹਨਾਂ ਨੇ ਗਲਤ ਲਿਖਤਾ, ਇੱਥੇ ਆਉਣਾ ਸੀ ਹਰ ਹੋਮਵਰਕ, ਹਰ ਹੋਮਵਰਕ ਸਬਜੈਕਟ ਸਿੰਗੂਲਰ ਆ ਤਾਂ ਆਬਜੈਕਟ ਸਿੰਗੂਲਰ ਆ ਤਾਂ ਇਜ਼ ਆਏਗਾ। ਬੀਇੰਗ ਹਮੇਸ਼ਾ ਵਰਬ ਦੀ ਫਾਰਮ ਤੋਂ ਪਹਿਲਾਂ ਯਾਨੀ ਕਿ ਡਨ ਤੋਂ ਪਹਿਲਾਂ। ਬਾਏ, ਸ਼ੀ ਦਾ ਕੀ ਬਣੇਗਾ, ਹਰ। ਤਾਂ ਇਹ ਸਾਡਾ ਕੀ ਬਣ ਗਿਆ, ਈਜ਼ੀਲੀ ਅਸੀਂ ਇਹਦਾ ਰੂਲ ਪੜ੍ਹ ਕੇ ਅਸੀਂ ਇਹਨੂੰ ਸਮਝ ਲਿਆ। ਆਈ ਹੋਪ ਤੁਹਾਨੂੰ ਇਹ ਕਲੀਅਰ ਹੋ ਗਿਆ ਹੋਵੇਗਾ। ਨੈਕਸਟ ਹੈਗਾ ਵਾ ਹੀ ਇਜ਼ ਅ ਸਿੰਗੂਲਰ, ਇਜ਼ ਹੈਲਪਿੰਗ ਵਰਬਸ, ਵੇਟਿੰਗ ਇਜ਼ ਵਰਬ ਫਸਟ ਫਾਰਮ ਪਲੱਸ ING, ਫॉर ਇਹ ਕੀ ਆਇਆ, ਫॉर ਪ੍ਰੈਪੋਜੀਸ਼ਨਸ ਹੁੰਦੀ ਆ ਤਾਂ ਇਹ ਕੱਟੀ ਜਾਂਦੀ ਹੁੰਦੀ ਆ। ਯਾਦ ਰੱਖਣਾ ਵੀ ਫॉर ਜਿਹੜੀ ਆ ਉਹ ਕਦੇ ਵੀ ਸਬਜੈਕਟ ਨਹੀਂ ਬਣ ਸਕਦੀ, ਤਾਂ ਇਹ ਚੀਜ਼ਾਂ ਕੱਟੀਆਂ ਜਾਂਦੀਆਂ ਨੇ ਜਿਹੜੇ ਪ੍ਰੈਪੋਜੀਸ਼ਨਸ ਹੁੰਦੀਆਂ ਨੇ। ਜੇ ਨਹੀਂ ਤੁਹਾਨੂੰ ਪਤਾ ਲੱਗਦਾ ਪ੍ਰੈਪੋਜੀਸ਼ਨ ਕਿਹੜੀਆਂ ਨੇ ਤਾਂ ਮੈਂ ਇੱਕ ਵੀਡੀਓ ਪਾਈ ਹੋਈ ਸੀ ਪ੍ਰੈਪੋਜੀਸ਼ਨ ਦੇ ਰਿਲੇਟਡ, ਤਾਂ ਤੁਸੀਂ ਮੇਰੇ YouTube ਚੈਨਲ ਦੇ ਉੱਤੇ ਜਾ ਕੇ ਫਿਰ ਦੇਖ ਸਕਦੇ ਹੋ। ਡੇਵੀ, ਤਾਂ ਦੇਵੀ ਜਿਹੜੀ ਆ ਉਹਦੇ ਬਾਰੇ ਲਿਖਿਆ ਆ। ਇਹ ਕੀ ਆ, ਆਬਜੈਕਟ ਆ, ਤਾਂ ਆਬਜੈਕਟ ਦੇਵੀ ਜਿਹੜਾ ਅੱਗੇ ਆਇਆ ਤਾਂ ਉਹਦੇ ਨਾਲ ਕੀ ਆਏਗਾ, ਇਜ਼ ਆਏਗਾ। ਬੀਇੰਗ ਆਏਗਾ, ਵਰਬ ਦੀ ਫਸਟ ਫਾਰਮ ਵਰਬ ਦੀ ਥਰਡ ਫਾਰਮ ਤੋਂ ਪਹਿਲਾਂ ਬੀਇੰਗ ਲੱਗੇਗਾ। ਵੇਟਡ ਆ ਗਿਆ, ਬਾਏ ਆ ਗਿਆ, ਅਤੇ ਹਿਮ ਆ ਗਿਆ, ਹੀ ਦਾ। ਤਾਂ ਇਸ ਤਰੀਕੇ ਨਾਲ ਅਸੀਂ ਜਿਹੜਾ ਇਹ ਟੈਂਸ ਆ ਉਹਨੂੰ ਈਜ਼ੀਲੀ ਚੇਂਜ ਕਰ ਸਕਦੇ ਹਾਂ। ਜਿਹੜੇ 3 ਪਾਰਟ ਬਚ ਕੇ ਤੁਸੀਂ ਆਪਣੇ ਆਪ ਦੇਖ ਕੇ ਵੀ ਕਰ ਸਕਦੇ ਹੋ। ਨੈਕਸਟ ਹੈ ਸਾਡੇ ਕੋਲ ਪਾਸਟ ਕੰਟੀਨਿਊਸ। ਹੁਣ ਪਾਸਟ ਕੰਟੀਨਿਊਸ ਸਾਡੇ ਕੋਲ ਕੰਟੀਨਿਊਸ ਫਿਰ ਟੈਂਸ ਆਇਆ ਤਾਂ ਵਰਬ ਦੀ ਫਸਟ ਫਾਰਮ ਪਲੱਸ ING ਆਏਗਾ ਜੀ, ਕਿਉਂਕਿ ਇਹ ਇੰਡੀਕੇਸ਼ਨ ਆ ਜਦ ਤੁਸੀਂ ਕਹਿ ਦਿਓ ਵੀ ਇਹ ਸਾਨੂੰ ਈਜ਼ੀ ਵੇ ਆ ਇਹਨੂੰ ਲਰਨ ਕਰਨ ਦਾ ਅਤੇ ਇਹਨੂੰ ਯਾਦ ਰੱਖਣ ਦਾ, ਤਾਂ ਸਾਨੂੰ ਵਰਬ ਦੀ ਫਸਟ ਫਾਰਮ ਪਲੱਸ ING ਯੂਜ਼ ਹੋਏਗੀ। ਨੈਕਸਟ ਹੈਗਾ ਸਾਡੇ ਕੋਲ ਸਬਜੈਕਟ ਹੀ ਗਿਵਨ ਹੋਏਗਾ, ਵਾਜ਼, ਵਰ ਪਲੱਸ ਵਰਬ ਫਸਟ ਫਾਰਮ ਪਲੱਸ ING ਅਤੇ ਆਬਜੈਕਟ। ਇਹਦਾ ਰੂਲ ਨੇ। ਇਹ ਜਿਹੜਾ ਟੈਂਸ ਆ ਹੁਣ ਇਹਨੂੰ ਅਸੀਂ ਚੇਂਜ ਕਰਨਾ ਹੋਵੇ ਤਾਂ ਕੀ ਆਏਗਾ, ਆਬਜੈਕਟ ਆਏਗਾ, ਇਹਦੀ ਹੈਲਪਿੰਗ ਵਰਬਸ ਉਠਾ ਲਓ ਵਾਜ਼ ਅਤੇ ਵਰ। ਦੈਨ ਫਿਰ ਸਾਡੇ ਕੋਲ ਪਲੱਸ ਬੀਇੰਗ ਯੂਜ਼ ਹੋਏਗਾ ਕਿਉਂਕਿ ING ਦਾ ਕੱਟ ਕੇ ਕੀ ਬਣਦਾ ਵਾ, ਬੀਇੰਗ ਬਣਦਾ ਵਾ। ਦੈਨ ਪਲੱਸ ਵਰਬ ਥਰਡ ਫਾਰਮ ਆਏਗੀ, ਪਲੱਸ ਕੀ ਆਏਗਾ, ਬਾਏ ਆਏਗਾ, ਅਤੇ ਲਾਸਟ ਦੇ ਵਿੱਚ ਸਾਡਾ ਸਬਜੈਕਟ ਆਏਗਾ। ਇਹ ਸਾਡਾ ਕੀ ਆ ਟੈਂਸ ਵੌਇਸ ਦਾ ਰੂਲ ਸਾਨੂੰ ਈਜ਼ੀਲੀ ਫਿਰ ਦੁਬਾਰਾ ਲਰਨ ਹੋ ਗਿਆ। ਤਾਂ ਹੁਣ ਅਸੀਂ ਇਹਦੀ ਗੱਲ ਕਰਦੇ ਹਾਂ ਨੈਕਸਟ ਦੀ। ਇਹਦੀ ਜਿਹੜਾ ਸਾਡੇ ਕੋਲ ਐਗਜ਼ਾਮਪਲਸ ਨੇ, ਫਸਟ ਹੈਗੀ ਆ ਆਈ,
आई ਦੇ ਨਾਲ ਹਮੇਸ਼ਾ ਯਾਦ ਰੱਖਣਾ, आई ਦੇ ਨਾਲ was ਲੱਗੇਗਾ, वर नहीं लगाना, नहीं फिर वो गलत हो जाएगा। I was हेल्पिंग वर्ब आ गई, वर्ब फर्स्ट फॉर्म प्लस ing, फॉर है प्रैपोजिशन ए यूज़ ही नहीं होनी है, कटिंग हो जाएगी। नैक्सट हैगा डीना, डीना आ गया, डीना की ऑब्जेक्ट आ, डीना अगे आई तो यदा मतलब की आ भी वो सिंगुलर सबजैक्ट आ तो वॉज आएगा, नाल बीइंग आएगा, कदों वर्ब की फॉर्म तो पहला वेटेड, दैन बाय, फिर की आ मी, क्योंकि आई लगा होया सीगा तो उत्थे की आएगा मी आएगा लास्ट दे विच, ये तुहानूं दस्सिया ही होया वा। नैक्सट हैगा वा, नैक्सट जी एग्जाम्पल आ, शी वॉज रीडिंग आ नॉवल, तो शी की है सबजैक्ट आ, वॉज की है हैल्पिंग वर्ब आ, रीडिंग की आ वर्ब फर्स्ट फॉर्म प्लस ing आ, यानी कि कंटीन्यूस टेंस चल रहा, तो नाल आ नॉवल एक ही आ ऑब्जेक्ट आ, तो आ नॉवल अगे आया तो की आऊगा ऑब्जेक्ट अगे आया आ नॉवल, फिर हैल्पिंग वर्ब वॉज क्योंकि सिंगुलर आ, फिर आया बीइंग वर्ब की फर्स्ट वर्ब की थर्ड फॉर्म तो पहला, रीड रेड असी ये प्रोनाउंसिएशन रेड करते हैं बट ये ਜਿਹੜੇ स्पैलिंग होंगे वो सेम होंगे। नैक्सट हैगा फिर बाय आएगा तो फिर लास्ट के हर, क्योंकि वो सबजैक्ट जोड़ा शी सीगा वह की बनना होंदा हर बनना होंदा। आई होप तुहानूं अज मैं सिर्फ कंटीन्यूस टेंस तक कराया, अज असीं किन्ना कीता वा समरअप करते हैं। असीं वी आर स्टार्टिंग फ्रॉम टू दी सिंपल टेंस एंड वी आर एंड विद दी वीडियो with the continuous past continuous tense. In the next part of the video I will discuss about to the other remaining tenses and their voice rules, and also we have further increase their level and use their other rules of the related to their voice, and which voice has been you will never been seen, and their rules are very different rather than these things. Now I will giving their one kinds of to the exercise to all my students which has been done with your own, and give their answer in my comment box, and in my next video I will also be show your names with your answers keys in the end of the next video, and so you will be do this exercise and comment on my comment box. In this session I will told you that you subscribe my channels, because in this session and this channel I will giving to the platform related to the 6+2. In this we are increasing their level, so they will be continuous with the 12th class. Now I will discussing and also be including their commerce syllabus of which is prescribed by the PSEB. So I will also be including not only for English and SST, I will also be included to the science videos I will upload on my YouTube channel, so you will be continues with my YouTube channels, and when you have been gaining some kind of the knowledge, so you will be share my sessions and like this session. Thanks a lot watching for my session, and stay happy and continues with your studies. When you have been facing any kind of your problems, so give your valuables comment on my comment box, so that's why I will complete you I will tackle your problems and easy to sort out these things. Thanks a lot watching for my session.